Students, today we are going to discuss reading passage stadiums past, present and future. 14th question is a mention of negative attitudes towards stadium building project. Means ਸਟੇਡੀਅਮਸ ਨੂੰ ਲੋਕ ਕ੍ਰਿਟੀਸਾਈਜ਼ ਕਰਦੇ ਨੇ ਕਿ ਸਟੇਡੀਅਮ ਬਿਲਡਿੰਗ ਹੈ ਜੋ ਉਹਦਾ ਕੋਈ ਯੂਜ਼ ਨਹੀਂ ਹੈ। ਇਸ ਤਰ੍ਹਾਂ ਕੋਈ ਵੀ ਆਪਾਂ ਨੂੰ ਸਟੇਟਮੈਂਟ ਦਿੱਤੀ ਗਈ ਹੋਊਗੀ, ਜਿਹੜੇ ਪੈਰਾਗ੍ਰਾਫ ਵਿੱਚ ਸਟੇਟਮੈਂਟ ਹੋਊਗੀ ਆਪਾਂ ਉਸ ਪੈਰਾਗ੍ਰਾਫ ਦਾ ਨੰਬਰ ਮੈਂਸ਼ਨ ਕਰਾਂਗੇ। ਸੋ ਆਨਸਰ ਇਜ਼ ਏ ਪੈਰਾਗ੍ਰਾਫ। ਸੈਕਿੰਡ ਪਾਰਟ ਦੇਖੋ, ਟੂਡੇ ਹਾਊਐਵਰ ਸਟੇਡੀਅਮਸ ਆਰ ਰਿਗਾਰਡਿਡ ਵਿਦ ਗਰੋਇੰਗ ਸਕੈਪਟਿਸਿਜ਼ਮ। ਮੀਨਸ ਅੱਜ ਕੱਲ੍ਹ ਸਟੇਡੀਅਮਸ ਹੈ ਜੋ ਸਟੇਡੀਅਮ ਬਿਲਡਿੰਗ ਹੈ ਉਹਨੂੰ ਬਹੁਤ ਹੀ ਕ੍ਰਿਟੀਸਾਈਜ਼ ਕੀਤਾ ਜਾਂਦਾ ਹੈ, ਮਤਲਬ ਲੋਕ ਡਾਊਟਫੁਲੀ ਦੇਖਦੇ ਨੇ ਕਿ ਸਟੇਡੀਅਮਸ ਦਾ ਤਾਂ ਕੋਈ ਯੂਜ਼ ਹੀ ਨਹੀਂ ਹੈ। ਕੰਸਟਰਕਸ਼ਨਸ ਕੋਸਟ ਕੈਨ ਸੋਰ above $1 billion and stadium finished for major events such as the Olympic Games or the FIFA World Cup have notably fallen into disuse and disrepair। ਮੀਨਸ ਇੱਕ ਤਾਂ ਲੋਕ ਸਟੇਡੀਅਮ ਬਿਲਡਿੰਗ ਨੂੰ ਡਾਊਟਫੁਲੀ ਦੇਖਦੇ ਨੇ ਕਿ ਸਟੇਡੀਅਮਸ ਦਾ ਕੋਈ ਯੂਜ਼ ਹੈ ਵੀ ਜਾਂ ਨਹੀਂ। ਸੈਕੰਡਲੀ ਜੋ ਕੰਸਟਰਕਸ਼ਨ ਕੋਸਟ ਹੈ, ਜੋ ਸਟੇਡੀਅਮ ਬਿਲਡਿੰਗ ਨੂੰ ਬਣਾਉਣ 'ਤੇ ਕੋਸਟ ਆਉਂਦੀ ਹੈ ਉਹ ਕੀ ਹੈ, ਬਹੁਤ ਹਾਈ ਹੈ। ਅਤੇ ਸਟੇਡੀਅਮ ਹੈ ਉਹ ਮੋਸਟਲੀ 2-3 ਈਵੈਂਟਸ ਲਈ ਹੀ ਯੂਜ਼ ਕੀਤੇ ਜਾਂਦੇ ਨੇ, ਉਹ ਤੋਂ ਬਾਅਦ ਉਹਨਾਂ ਦਾ ਕੋਈ ਯੂਜ਼ ਨਹੀਂ ਹੁੰਦਾ, ਉਹ ਡਿਸਯੂਜ਼ ਹੁੰਦੇ ਨੇ ਅਤੇ ਉਹਨਾਂ ਦੀ ਨਾ ਹੀ ਚੰਗੀ ਤਰ੍ਹਾਂ ਰਿਪੇਅਰ ਕੀਤੀ ਜਾਂਦੀ ਹੈ। ਮੇਨਸ ਸਟੇਡੀਅਮਸ ਦੀ ਤਰਫ ਇਹ ਨੈਗੇਟਿਵ ਐਟੀਟਿਊਡ ਹੈ ਕਿ ਉਹਨਾਂ ਦਾ ਕੋਈ ਯੂਜ਼ ਨਹੀਂ ਹੈ, ਉਹਨਾਂ ਨੂੰ ਕੋਈ ਮੇਨਟੇਨ ਨਹੀਂ ਕਰਕੇ ਰੱਖਦਾ। ਸੋ ਆਪਾਂ ਨੂੰ ਪੂਰੀ ਇਨਫੋਰਮੇਸ਼ਨ ਇਹ ਪੈਰਾਗ੍ਰਾਫ ਵਿੱਚ ਮਿਲਦੀ ਹੈ, ਸੋ ਆਪਣਾ ਆਨਸਰ ਹੈ ਏ। ਨੈਕਸਟ ਕੁਐਸਚਨ 15th, ਫਿਗਰਸ ਡੈਮੋਨਸਟ੍ਰੇਟਿੰਗ ਦ ਇਨਵਾਇਰਮੈਂਟਲ ਬੈਨੀਫਿਟ ਆਫ ਅ ਸਰਟਨ ਸਟੇਡੀਅਮ। ਕਿ ਕਿਸੇ ਵੀ ਸਟੇਡੀਅਮ ਦੇ ਬੈਨੀਫਿਟਸ ਦੱਸੇ ਗਏ ਹੋਣਗੇ, ਇਨਵਾਇਰਮੈਂਟ ਲਈ ਕਿਵੇਂ ਦੇ ਬੈਨੀਫਿਟਸ ਨੇ, ਐਂਡ ਬੈਨੀਫਿਟਸ ਹੈ ਜੋ ਉਹ ਫਿਗਰਸ ਦੇ ਨਾਲ ਦੱਸੇ ਗਏ ਹੋਣਗੇ। ਕੋਈ ਵੀ ਆਪਾਂ ਨੂੰ ਸਟੈਟਿਸਕਲ ਟਰਮਸ ਦਿੱਤੀਆਂ ਗਈਆਂ ਹੋਣਗੀਆਂ। ਸੋ ਆਨਸਰ ਇਜ਼ ਐਫ। ਸੋ ਆਨਸਰ ਲੋਕੇਸ਼ਨ ਇਜ਼ ਇਨ ਐਫ ਪੈਰਾਗ੍ਰਾਫ ਸੈਕਿੰਡ ਪਾਰਟ। ਸੈਕਿੰਡ ਪਾਰਟ ਵਿੱਚ ਆਪਾਂ ਨੂੰ ਜਰਮਨੀ ਦੇ ਇੱਕ ਸਟੇਡੀਅਮ ਦੀ ਗੱਲ ਕੀਤੀ ਗਈ ਹੈ, ਐਂਡ ਆਪਾਂ ਨੂੰ ਲਾਸਟ ਲਾਈਨਸ ਵਿੱਚ ਪਤਾ ਲੱਗਦਾ ਹੈ ਕਿ ਜੋ ਸਟੇਡੀਅਮ ਹੈ ਜਦੋਂ ਉਹਦਾ ਯੂਜ਼ ਨਹੀਂ ਹੁੰਦਾ, ਕੋਈ ਵੀ ਸਪੋਰਟਸ ਨਹੀਂ ਹੋ ਰਹੇ ਹੁੰਦੇ, ਉਦੋਂ ਜੋ ਸਟੇਡੀਅਮ ਹੈ ਉਹਨੂੰ ਯੂਜ਼ ਕੀਤਾ ਜਾਂਦਾ ਹੈ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨ ਲਈ, ਜਿਹਦਾ ਕਰਕੇ ਕੀ ਹੈ CO2 ਦੇ ਐਮਿਸ਼ਨ ਵੀ ਘੱਟਦਾ ਹੈ ਐਂਡ ਸਿਟੀ ਨੂੰ ਵੀ ਵਧੀਆ ਫੈਸਿਲਿਟੀ ਮਿਲਦੀ ਹੈ ਸਟੇਡੀਅਮ ਦਾ ਕਰਕੇ, ਕਿਉਂਕਿ ਇਲੈਕਟ੍ਰੀਸਿਟੀ ਪ੍ਰੋਡਿਊਸ ਹੁੰਦੀ ਹੈ। ਸੋ ਇਨਵਾਇਰਮੈਂਟ ਲਈ ਬੈਨੀਫਿਟ ਹੈ ਸਟੇਡੀਅਮ ਦਾ ਕਿ CO2 ਦੀ ਐਮਿਸ਼ਨ ਘਟੀ ਹੈ ਜਦੋਂ ਸਟੇਡੀਅਮ ਦਾ ਯੂਜ਼ ਕੀਤਾ ਜਾਂਦਾ ਹੈ ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨ ਲਈ। ਐਂਡ ਆਪਾਂ ਨੂੰ ਸਟੈਟਿਸਕਲ ਟਰਮਸ ਦਿੱਤੀਆਂ ਗਈਆਂ ਨੇ, ਇੱਕ ਤਾਂ ਈਅਰ ਦਿੱਤਾ ਗਿਆ 2009, ਐਂਡ ਆਪਾਂ ਨੂੰ ਦੱਸਿਆ ਗਿਆ ਕਿ ਫੋਟੋਵੋਲਟਿਕ ਪੈਨਲਸ ਕਿੰਨੀਆਂ ਯੂਜ਼ ਕੀਤੀਆਂ ਜਾਂਦੀਆਂ ਨੇ, ਕਿੰਨੀ ਇਲੈਕਟ੍ਰੀਸਿਟੀ ਪ੍ਰੋਡਿਊਸ ਹੁੰਦੀ ਹੈ। ਸੋ ਆਪਾਂ ਨੂੰ ਕੀ ਹੈ ਫਿਗਰਸ ਦੇ ਨਾਲ ਡੈਮੋਨਸਟ੍ਰੇਟ ਕੀਤਾ ਗਿਆ ਹੈ, ਸ਼ੋਅ ਕੀਤਾ ਗਿਆ ਹੈ ਕਿ ਇਨਵਾਇਰਮੈਂਟ ਲਈ ਕਿਵੇਂ ਬੈਨੀਫਿਟਸ ਨੇ ਕਿਸੇ ਸਟੇਡੀਅਮ ਦੇ। Next 16th question, examples of the wide range of facilities available at some new stadiums। ਕਿ ਕੁਝ ਨਵੇਂ ਸਟੇਡੀਅਮਸ ਦੇ ਵਿੱਚ ਕਿਵੇਂ ਦੀਆਂ ਫੈਸਿਲਿਟੀਜ਼ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ ਉਹਨਾਂ ਦੇ ਐਗਜ਼ਾਮਪਲਸ ਦਿੱਤੇ ਗਏ ਹੋਣਗੇ। ਜਿਹੜੇ ਪੈਰਾਗ੍ਰਾਫ ਵਿੱਚ ਆਪਾਂ ਨੂੰ ਇਹ ਪੂਰੀ ਇਨਫੋਰਮੇਸ਼ਨ ਮਿਲੂਗੀ ਉਹਦਾ ਆਪਾਂ ਨੰਬਰ ਮੈਂਸ਼ਨ ਕਰਾਂਗੇ। ਸੋ ਆਨਸਰ ਇਜ਼ ਈ। ਸੋ ਲੋਕੇਸ਼ਨ ਇਜ਼ ਈ ਪੈਰਾਗ੍ਰਾਫ ਸੈਕਿੰਡ ਪਾਰਟ। ਸੈਕਿੰਡ ਪਾਰਟ ਵਿੱਚ ਆਪਾਂ ਨੂੰ ਮੈਂਸ਼ਨ ਕੀਤਾ ਗਿਆ ਹੈ ਕਿ ਜੋ ਨਵੇਂ ਸਟੇਡੀਅਮਸ ਹੈ ਉਹਨਾਂ ਨੂੰ ਇਕਵਿਪ ਕੀਤਾ ਗਿਆ ਹੈ ਕੁਝ ਪਬਲਿਕ ਸਪੇਸਿਸ ਐਂਡ ਸਰਵਿਸਿਜ਼ ਦੇ ਨਾਲ, ਜਿਹੜੇ ਸਪੋਰਟਸ ਤੋਂ ਇਲਾਵਾ ਵੀ ਕੰਮ ਕਰਦੇ ਨੇ। ਸਪੋਰਟਸ ਤੋਂ ਬਿਨਾਂ ਹੋਰ ਸਟੇਡੀਅਮਸ ਦਾ ਕੀ ਯੂਜ਼ ਕੀਤਾ ਜਾਂਦਾ ਹੈ, ਉਹ ਫੈਸਿਲਿਟੀਜ਼ ਆਪਾਂ ਨੂੰ ਈ ਪੈਰਾਗ੍ਰਾਫ ਵਿੱਚ ਮੈਂਸ਼ਨ ਕੀਤੇ ਗਏ ਨੇ, ਜਿਵੇਂ ਕਿ ਹੋਟੇਲਸ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਹੈ, ਰਿਟੇਨ ਆਊਟਲੈਟ, ਕਾਨਫਰੰਸ ਸੈਂਟਰ, ਰੈਸਟੋਰੈਂਟ ਐਂਡ ਬਾਰਸ, ਚਿਲਡਰਨ ਪਲੇਗਰਾਊਂਡ ਐਂਡ ਗ੍ਰੀਨ ਸਪੇਸ। ਇਹ ਸਾਰੀਆਂ ਫੈਸਿਲਿਟੀਜ਼ ਨੇ ਜੋ ਸਟੇਡੀਅਮਸ ਦੇ ਵਿੱਚ ਪ੍ਰੋਵਾਈਡ ਕਰਵਾਈਆਂ ਜਾਂਦੀਆਂ ਨੇ। ਸੋ ਆਪਾਂ ਨੂੰ ਇਹ ਸੱਚ ਐਜ਼ ਲਿਖ ਕੇ ਅੱਗੇ ਸਾਰੀਆਂ ਫੈਸਿਲਿਟੀਜ਼ ਦੱਸੀਆਂ ਗਈਆਂ ਨੇ। ਸੋ ਸੱਚ ਐਜ਼ ਦਾ ਮਤਲਬ ਹੈ ਐਗਜ਼ਾਮਪਲਸ, ਅੱਗੇ ਜੋ ਵੀ ਫੈਸਿਲਿਟੀਜ਼ ਨੇ ਉਹ ਕੀ ਹੈ ਰੇਂਜ ਆਫ ਫੈਸਿਲਿਟੀਜ਼ ਅਵੇਲੇਬਲ ਐਟ ਸਟੇਡੀਅਮ। So complete information is given in E paragraph, and so we answer 16th question as E. Next 17th question, reference to the disadvantages of the stadiums built during a certain era। ਕਿ ਕੋਈ ਸਰਟਨ ਟਾਈਮ ਪੀਰੀਅਡ ਦੇ ਵਿੱਚ ਜੋ ਸਟੇਡੀਅਮਸ ਬਣੇ ਸੀ ਉਹਨਾਂ ਦੇ ਡਾਊਨ ਸਾਈਡਸ ਕੀ ਨੇ, ਉਹਨਾਂ ਦੀ ਰੈਫਰੈਂਸ ਕਿੱਥੇ ਦਿੱਤੀ ਗਈ ਹੈ, ਕਿੱਥੇ ਉਹਨਾਂ ਦੀ ਸਟੇਟਮੈਂਟ ਦਿੱਤੀ ਗਈ ਹੈ। ਸੋ ਆਨਸਰ ਇਜ਼ ਡੀ। ਸੋ ਡੀ ਪੈਰਾਗ੍ਰਾਫ ਸੈਕਿੰਡ ਲਾਈਨ ਵਿੱਚ ਆਪਾਂ ਨੂੰ ਮੈਂਸ਼ਨ ਕੀਤਾ ਗਿਆ ਹੈ ਟਾਈਮ ਪੀਰੀਅਡ ਕਿ ਬਿਗਨਿੰਗ ਆਫ ਦ 20th ਸੈਂਚੁਰੀ ਦੀ ਬਿਗਨਿੰਗ ਵਿੱਚ ਜੋ ਸਟੇਡੀਅਮ ਦੀ ਫਲੈਕਸੀਬਿਲਿਟੀ ਸੀ ਉਹ ਲੋਸਟ ਹੋ ਗਈ ਸੀ। ਸਟੇਡੀਅਮਸ ਵਰ ਡੈਵਲਪਡ ਯੂਜ਼ਿੰਗ ਨਿਊ ਪ੍ਰੋਡਕਟ। ਸਟੇਡੀਅਮਸ ਨੂੰ ਬਣਾਇਆ ਗਿਆ ਨਵੇਂ ਪ੍ਰੋਡਕਟ ਯੂਜ਼ ਕਰਕੇ, ਸਚ ਐਜ਼ ਸਟੀਲ,
and reinforced concrete ਐਂਡ ਨਾਈਟ ਟਾਈਮ ਮੈਚਿਸ ਦੇ ਲਈ ਉਹਦੇ ਵਿੱਚ ਕੀ ਆ ਬ੍ਰਾਈਟ ਲਾਈਟਸ ਯੂਜ਼ ਕੀਤੀਆਂ ਗਈਆਂ ਕਿ 20th ਸੈਂਚੁਰੀ ਹੈ ਜਿਹੜੀ ਇਹ ਇੱਕ ਐਰਾ ਟਾਈਮ ਪੀਰੀਅਡ ਹੈ ਜਦੋਂ ਸਟੇਡੀਅਮਸ ਬਣੇ ਸੀਗੇ ਨਵੇਂ ਪ੍ਰੋਡਕਟ ਯੂਜ਼ ਕਰਕੇ and next many such stadiums are situated in suburban areas designed for sporting use only and surrounded by parking lots ਕਿ ਬਹੁਤ ਸਾਰੇ ਸਟੇਡੀਅਮਸ ਜਿਨ੍ਹਾਂ ਵਿੱਚ ਨਵੇਂ ਪ੍ਰੋਡਕਟ ਯੂਜ਼ ਕੀਤੇ ਗਏ ਸੀ ਇਹ ਕਿੱਥੇ ਸਿਚੁਏਟਡ ਸੀ ਸਬ ਅਰਬਨ ਏਰੀਆਜ਼ ਦੇ ਵਿੱਚ ਤੇ ਮੋਸਟਲੀ ਇਹ ਸਪੋਰਟਿੰਗ ਪਰਪਸ ਲਈ ਯੂਜ਼ ਕੀਤੇ ਗਏ ਸੀ ਤੇ ਇਹਨਾਂ ਦੇ ਚਾਰੋਂ ਸਾਈਡ ਕੀ ਹੁੰਦੇ ਸੀ ਪਾਰਕਸ ਹੁੰਦੇ ਸੀ these factors mean that they may not be as accessible to the general public require more energy to run and contribute to urban heat ਇਹਦਾ ਮਤਲਬ ਸੀ ਕਿ ਜੋ ਇੱਕ ਸਰਟਨ ਟਾਈਮ ਪੀਰੀਅਡ ਵਿੱਚ ਸਟੇਡੀਅਮਸ ਬਣੇ ਸੀ ਉਹਨਾਂ ਦੀ ਡਾਊਨ ਸਾਈਡ ਕੀ ਸੀ ਕਿ ਇਹ ਐਕਸੈਸੀਬਲ ਨਹੀਂ ਸੀਗੇ ਪਬਲਿਕ ਲਈ ਪਬਲਿਕ ਦੀ ਪਹੁੰਚ ਤੋਂ ਬਾਹਰ ਸੀਗੇ ਇਹ ਪਬਲਿਕ ਨੂੰ ਬਹੁਤ ਜ਼ਿਆਦਾ ਐਨਰਜੀ ਚਾਹੀਦੀ ਹੁੰਦੀ ਸੀ ਇਹਨਾਂ ਤੱਕ ਪਹੁੰਚਣ ਲਈ ਓਕੇ ਤਾਂ ਇਹ ਡਾਊਨ ਸਾਈਡ ਹੈ ਇਹ ਡਿਸਐਡਵਾਂਟੇਜ ਹੈ ਸਟੇਡੀਅਮਸ ਦਾ ਜੋ ਬਿਲਡ ਕੀਤੇ ਗਏ ਸੀ ਸਰਟਨ ਟਾਈਮ ਪੀਰੀਅਡ ਮੀਨਸ 20th ਸੈਂਚੁਰੀ ਵਿੱਚ Next 18th question. The Roman stadiums of Europe have proved very versatile. The amphitheater of Arles, for example, was converted first into dash, then into residential area and finally into an arena where spectators could watch dash. कि हुण जो amphitheater ਸੀ ਨਾ Arles ਦਾ ਉਹਨੂੰ ਪਹਿਲਾਂ ਸਾਰੇ ਨਾਲੋਂ ਪਹਿਲਾਂ ਕਿਹੜੀ ਚੀਜ਼ ਵਿੱਚ ਕਨਵਰਟ ਕੀਤਾ ਗਿਆ ਸੀ ਆਪਾਂ 18th ਵਿੱਚ ਉਹ ਆਨਸਰ ਫਿਲ ਕਰਾਂਗੇ ਉਹ ਤੋਂ ਬਾਅਦ ਫਿਰ ਉਹ ਰੈਜ਼ੀਡੈਂਸ਼ੀਅਲ ਏਰੀਆ ਵਿੱਚ ਕਨਵਰਟ ਕੀਤਾ ਗਿਆ ਸੀ ਐਂਡ ਲਾਸਟ 'ਤੇ ਉਹਨੂੰ ਕਨਵਰਟ ਕਿਹੜੀ ਚੀਜ਼ ਵਿੱਚ ਕੀਤਾ ਗਿਆ ਸੀ ਐਰੇਨਾ ਇੱਕ ਐਰੇਨਾ ਵਿੱਚ ਜਿੱਥੇ ਸਪੈਕਟੇਟਰਸ ਹੈ ਮਤਲਬ ਕਿ ਆਡੀਅנס ਹੈ ਉਹ ਕੀ ਵਾਚ ਕਰ ਸਕਦੇ ਸੀ ਇੱਥੇ ਆਪਾਂ 19th ਵਿੱਚ ਫਿਲ ਕਰਨਾ ਹੈ ਕਿ ਕੀ ਚੀਜ਼ ਨੂੰ ਵਾਚ ਕੀਤਾ ਜਾ ਸਕਦਾ ਸੀ ਐਂਡ 18th ਵਿੱਚ ਆਪਾਂ ਫਿਲ ਕਰਾਂਗੇ ਕਿ ਸਾਰਿਆਂ ਨਾਲੋਂ ਪਹਿਲਾਂ ਜੋ ਐਮਪੀ ਥੀਏਟਰ ਸੀ ਉਹਨੂੰ ਕਿਹਦੇ ਵਿੱਚ ਕਨਵਰਟ ਕੀਤਾ ਗਿਆ ਸੀ ਲੋਕੇਸ਼ਨ ਇਜ਼ ਇਨ ਬੀ ਪੈਰਾਗ੍ਰਾਫ ਦੀ ਬਿਗਨਿੰਗ ਵਿੱਚ ਹੀ ਆਪਾਂ ਨੂੰ ਐਮਫੀ ਥੀਏਟਰ ਲਿਖਿਆ ਹੋਇਆ ਵਰਡ ਮਿਲਦਾ ਹੈ ਸੋ ਆਪਣਾ ਕੀਵਰਡ ਮਿਲਿਆ ਬੀ ਪੈਰਾਗ੍ਰਾਫ ਵਿੱਚ ਇਹਦੇ ਵਿੱਚ ਪੂਰਾ ਮੈਂਸ਼ਨ ਕੀਤਾ ਗਿਆ ਹੈ ਕਿ ਜੋ ਐਮਫੀ ਥੀਏਟਰ ਹੈ ਉਹਦੀ ਕਪੈਸਿਟੀ ਸੀ ਕਿ 25,000 ਸਪੈਕਟੇਟਰਸ ਹੈ ਇੱਕ ਟਾਈਮ 'ਤੇ ਉੱਥੇ ਮੈਚ ਦੇਖ ਸਕਦੇ ਸੀਗੇ ਐਂਡ ਸੈਕਿੰਡ ਲਾਈਨ ਵਿੱਚ ਦੇਖੋ ਬਿਲਡ ਬਾਏ ਦ ਰੋਮਨਸ in 90 AD it became a fortress with 4 towers after the 5th century ਰੋਮਨਸ ਨੇ ਇਹਨੂੰ 19 AD ਵਿੱਚ ਬਣਾਇਆ ਫਿਰ ਇਹ ਕੀ ਸੀ ਕੀ ਬਣਿਆ ਸੀ ਸਾਡੇ ਨਾਲ ਪਹਿਲਾਂ ਫੋਰਟਰੈਸ ਬਣਿਆ ਸੀਗਾ ਜਿਹਦੇ 4 ਟਾਵਰ ਲੱਗੇ ਹੋਏ ਸੀ 5th ਸੈਂਚੁਰੀ ਤੋਂ ਬਾਅਦ 5th ਸੈਂਚੁਰੀ ਤੋਂ ਬਾਅਦ ਸਾਰਿਆਂ ਨਾਲੋਂ ਪਹਿਲਾਂ ਜੋ ਐਮਫੀ ਥੀਏਟਰ ਸੀ ਉਹ ਕਿਹਦੇ ਵਿੱਚ ਕਨਵਰਟ ਹੋਇਆ ਫੋਰਟਰੈਸ ਨੈਕਸਟ ਅੱਗੇ ਨੈਕਸਟ ਲਾਈਨ ਦੇਖੋ 22 ਹਾਊਸਿਸ ਤੋਂ ਬਿਗਿਨ ਹੋ ਰਹੀ ਹੈ ਵਿਦ ਦ ਗਰੋਇੰਗ ਇੰਟਰਸਟ ਇਨ ਕੰਜ਼ਰਵੇਸ਼ਨ ਡਿਊਰਿੰਗ ਦ 19th ਸੈਂਚੁਰੀ ਜਦੋਂ ਕੰਜ਼ਰਵੇਸ਼ਨ ਕਰਨੀ ਇੰਟਰਸਟ ਵਧਿਆ ਲੋਕਾਂ ਦਾ 19th ਸੈਂਚੁਰੀ ਵਿੱਚ ਇਟ ਵਾਸ ਕਨਵਰਟਡ ਬੈਕ ਇਨਟੂ ਐਨ ਅਰੇਨਾ ਆਫ ਦ ਸਟੇਜਿੰਗ ਆਫ ਬੁਲ ਫਾਈਟਸ ਤਾਂ ਇਹਨੂੰ ਕਿਹਦੇ ਵਿੱਚ ਕਨਵਰਟ ਕੀਤਾ ਗਿਆ ਸੀ ਕਨਵਰਟਡ ਬੈਕ ਮੀਨਸ ਦੁਬਾਰਾ ਤੋਂ ਇੱਕ ਉਸੇ ਪੁਰਾਣੀ ਸਿਚੁਏਸ਼ਨ ਵਿੱਚ ਪੁਰਾਣੀ ਸਟੇਜ ਵਿੱਚ ਕਨਵਰਟ ਕੀਤਾ ਗਿਆ ਫੋਰ ਦ ਸਟੇਜਿੰਗ ਆਫ ਮੀਨਸ ਦੇਖਣ ਲਈ ਕੀ ਚੀਜ਼ ਨੂੰ ਉੱਥੇ ਦਿਖਾਇਆ ਜਾਂਦਾ ਸੀ ਜਾਂ ਕੀ ਚੀਜ਼ ਉੱਥੇ ਦੇਖੀ ਜਾਂਦੀ ਸੀ ਬੁਲ ਫਾਈਟਸ ਸੋ 18th ਆਨਸਰ ਹੈ ਫੋਰਟਰੈਸ ਸਾਰਿਆਂ ਨਾਲੋਂ ਪਹਿਲਾਂ ਕਿਹਦੇ ਵਿੱਚ ਕਨਵਰਟ ਕੀਤਾ ਗਿਆ ਫੋਰਟਰੈਸ ਐਂਡ ਸੈਕਿੰਡ ਕੀ ਦੇਖਣ ਲਈ ਇਹਨੂੰ ਬੈਕ ਫਾਈਨਲੀ ਕਿਹਦੇ ਵਿੱਚ ਕਨਵਰਟ ਕੀਤਾ ਗਿਆ ਅਰੇਨਾ ਵਿੱਚ ਤਾਂ ਉੱਥੇ ਕੀ ਦੇਖ ਸਕਦੇ ਸੀ ਆਪਾਂ ਬੁਲ ਫਾਈਟਸ ਨੈਕਸਟ 20th ਕੁਐਸਚਨ ਦੇਖੋ ਸਟੂਡੈਂਟਸ Meanwhile, the arena in Verona, one of the oldest Roman amphitheatre, is famous today as a venue where dash performed. कि जो वेरोना विच एरेना है ਉਹ ਓਲਡੈਸਟ ਰੋਮਨ ਐਮਫੀ ਥੀਏਟਰ ਹੈ ਸਾਰਿਆਂ ਨਾਲੋਂ ਪੁਰਾਣਾ ਐਮਫੀ ਥੀਏਟਰ ਹੈ ਉਹ ਅੱਜ ਵੀ ਕਿਹਦੇ ਰੂਪ ਵਿੱਚ ਜਾਣਿਆ ਜਾਂਦਾ ਹੈ ਜਾਂ ਕਿਹੜੀ ਚੀਜ਼ ਲਈ ਫੇਮਸ ਹੈ ਉੱਥੇ ਕੀ ਚੀਜ਼ ਪਰਫੋਰਮ ਕੀਤੀ ਜਾਂਦੀ ਹੈ ਆਨਸਰ ਇਜ਼ ਓਪਰਾ ਲੋਕੇਸ਼ਨ ਇਜ਼ ਇਨ ਬੀ ਪੈਰਾਗ੍ਰਾਫ ਸੈਕਿੰਡ ਪਾਰਟ ਬੀ ਪੈਰਾਗ੍ਰਾਫ ਦਾ ਸੈਕਿੰਡ ਪਾਰਟ ਹੈ ਜੋ ਉਹਦੀ ਲਾਸਟ ਸੈਕਿੰਡ ਲਾਈਨ ਇਟ ਹੈਜ਼ ਇੰਡਿਓਰਡ ਦ ਸੈਂਚੁਰੀਜ਼ ਐਂਡ ਇਜ਼ ਕਰੰਟਲੀ ਕੰਸੀਡਰਡ ਵਨ ਆਫ ਦ ਵਰਲਡਸ ਪ੍ਰਾਈਮ ਸਾਈਟ ਫॉर ਓਪਰਾ ਥੈਂਕਸ ਟੂ ਇਟਸ ਆਊਟਸਟੈਂਡਿੰਗ ਅਕੋਸਟਿਕਸ ਕਿ ਜੋ ਇਹਨੇ ਬਹੁਤ ਸਾਰੀਆਂ ਸੈਂਚੁਰੀਜ਼ ਹੈ ਇਸੇ ਤਰ੍ਹਾਂ ਇਹ ਬਣਿਆ ਰਿਹਾ ਮਤਲਬ ਇਹਦੇ ਵਿੱਚ ਕੋਈ ਚੇਂਜ ਨਹੀਂ ਆਇਆ ਅਤੇ ਹੁਣ ਇਹ ਕਰੰਟਲੀ ਮੀਨਸ ਟੂਡੇ ਕਿਹਦੇ ਲਈ ਯੂਜ਼ ਕੀਤਾ ਜਾਂਦਾ ਹੈ ਓਪੇਰਾ ਲਈ ਇਹ ਪ੍ਰਾਈਮ ਸਾਈਟ ਹੈ ਮਤਲਬ ਕਿ ਸਾਰਿਆਂ ਨਾਲੋਂ ਸੈਂਟਰਲ ਸਾਈਟ ਹੈ ਓਪਰਾ ਲਈ ਨੈਕਸਟ ਦ ਸਾਈਟ ਆਫ ਲੂਕਾਸ ਐਮਫੀ ਥੀਏਟਰ ਹੈਜ਼ ਆਲਸੋ ਬੀਨ ਯੂਜ਼ਡ ਫॉर ਮੈਨੀ ਪਰਪਸਿਸ ਓਵਰ ਦ ਸੈਂਚੁਰੀਜ਼ ਇਨਕਲੂਡਿੰਗ ਦ ਸਟੋਰੇਜ ਆਫ ਡੈਸ਼ is now a market square with dash and homes incorporated in
into the remains of the Roman amphitheatre। 21st क्वेश्चन की सेंस देखो की बनती है कि साइट ऑफ ल्यूकास एम्फीथिएटर है जोड़ा वो बहुत सारे डिफरेंट परपज़ ਲਈ यूज़ किया गया है बहुत सारिया सेंचुरीज़ विच ਤੇ ਉਹਦੇ ਵਿੱਚ ਇੱਕ ਯੂਜ਼ ਹੈ ਜਿਹੜਾ ਉਹ ਕਿਹਦੇ ਲਈ ਹੁੰਦਾ ਸੀ ਕਿਹੜੀ ਚੀਜ਼ ਸਟੋਰ ਕਰਨ ਲਈ ਯੂਜ਼ ਕੀਤਾ ਜਾਂਦਾ ਸੀ ਆਨਸਰ ਇਜ਼ ਸਾਲਟ the it is now a market square with ਤੇ ਹੁਣ ਇਹ ਇੱਕ ਮਾਰਕੀਟ ਸਕੇਅਰ ਹੈ ਤੇ ਇਹਦੇ ਵਿੱਚ ਕੀ ਚੀਜ਼ ਇਨਕਲੂਡਡ ਹੈ ਆਪਾਂ ਉਹ ਦੱਸਾਂਗੇ ਆਨਸਰ ਹੈ ਸ਼ਾਪਸ ਐਂਡ ਹੋਮਸ। सी पैराग्राफ देखो सी पैराग्राफ थर्ड लाइन the site evolved in a similar way to Arles and was progressively filled with buildings from middle ages। लास्ट ते देखो इस सेंटेंस से की लिखा गया है कि जो साइट है वो यूज़ की जाती है एज हाउसेज सॉल्ट डिपोट एंड प्रिजन। ਹੁਣ ਇਹਦੇ 3 ਯੂਜ਼ ਹੋ ਰਹੇ ਨੇ ਆਪਾਂ ਨੇ ਕੁਐਸਚਨ ਵਿੱਚ ਦਿੱਤਾ ਗਿਆ ਕਿ ਬਹੁਤ ਸਾਰੇ ਪਰਪਸ ਲਈ ਯੂਜ਼ ਕੀਤਾ ਜਾਂਦਾ ਸੀ ਬਟ ਕਿਹੜੀ ਚੀਜ਼ ਸਟੋਰ ਕਰਨ ਲਈ ਯੂਜ਼ ਕੀਤਾ ਜਾਂਦਾ ਸੀ ਆਪਾਂ ਉਹ ਆਨਸਰ ਦੇਵਾਂਗੇ। ਹੁਣ ਹਾਊਸਿਸ ਹੈ ਜਿਹੜੇ ਉਹਨਾਂ ਨੂੰ ਸਟੋਰ ਨਹੀਂ ਕਰ ਸਕਦੇ ਆਪਾਂ ਸੋ ਆਨਸਰ ਹਾਊਸਿਸ ਨਹੀਂ ਆ ਸਕਦਾ। ਪ੍ਰਿਜ਼ਨ ਹੈ ਜਿਹੜੀ ਇਹ ਵੀ ਇੱਕ ਬਿਲਡਿੰਗ ਹੈ ਇਹਨੂੰ ਵੀ ਆਪਾਂ ਸਟੋਰ ਨਹੀਂ ਕਰ ਸਕਦੇ ਸੋ ਪ੍ਰਿਜ਼ਨ ਵੀ ਆਨਸਰ ਨਹੀਂ ਆ ਸਕਦਾ। ਲਾਸਟ ਆਪਸ਼ਨ ਆਪਣੇ ਕੋਲ ਕੀ ਬਚਿਆ ਸੌਲਟ। ਸੌਲਟ ਡਿਪੋਟ ਦੀ ਤਰ੍ਹਾਂ ਯੂਜ਼ ਕੀਤਾ ਜਾਂਦਾ ਸੀ ਮੀਨਸ ਸੌਲਟ ਨੂੰ ਸਟੋਰ ਕਰਨ ਲਈ ਯੂਜ਼ ਕੀਤਾ ਜਾਂਦਾ ਸੀ ਸੋ ਆਪਣਾ ਆਨਸਰ ਹੈ ਸੌਲਟ। and the same paragraph the last second line देखो today the ruins of the amphitheater remain embedded in the various shops and residences surrounding the public square। public square ਨੂੰ ਕਿਹੜੀ ਚੀਜ਼ ਸਰਾਊਂਡ ਕਰ ਰਹੀ ਹੈ ਇੱਕ ਤਾਂ residences means houses already question ਵਿੱਚ ਦਿੱਤਾ ਗਿਆ ਹੋਇਆ and second is various shops so ਆਪਾਂ ਆਨਸਰ ਫਿਲ ਕਰਾਂਗੇ shops because हाउसिस दिता गया है जिन्हों पैसेज विच किया गया है रेजिडेंसिस एंड सैकेंड ब्लैंक है जो आप वो फिल करांगे शॉप्स। नैक्सट 23 एंड 24 MCQs ने विच 2 नैगेटिव फीचर्स डज द राइटर मैंशन। राइटर ने किहड़े 2 नैगेटिव फीचर्स मैंशन किए हैं आप वो 2 पॉइंट है जो टिक करांगे 2 ऑप्शन टिक करांगे सो आंसर इज C एंड D। दे आर इन लैस कन्वीनियंट लोकेशंस कि वो लैस कन्वीनियंट लोकेशंस विच ने मतलब कि लोग उन्होंने ईजिली एक्सैस नहीं कर सकते कन्वीनियंट नहीं ने एंड डी पॉइंट इज़ दे आर लैस वर्सेटाइल मीनस कि वो मल्टीपर्पज़ नहीं है वो घट मल्टीपर्पज़ ने सो अपने डी पैराग्राफ विच आप ऑलरेडी डिस्कस कर चुके हाँ जो डी पैराग्राफ की लास्ट सैकेंड लाइन है वो लिखे हुआ है ना कि जो स्टेडियम्स बने गए सी उन्होंने चारों साइड ते की हुंदे सी पार्किंग लॉट्स सी सो ये फैक्टर्स करके जो स्टेडियम सी वो एक्सैसीबल नहीं सीगे पब्लिक लई मतलब कि कन्वीनियंट नहीं सी लोग उत्थे ईजिली पहुँच नहीं सकते सी एक पॉइंट अपना ये होया। सैकेंडली सेम पैराग्राफ विच आपां नूं दित्ता होया कि जो स्टेडियम्स है वो यूजली डिज़ाइन किए गए सी सिर्फ स्पोर्टिंग यूज़ लई ते उन्हां दे चारों साइड पार्किंग हुंदी सी मतलब स्टेडियम है जोड़े वो मल्टीपर्पज़ नहीं सी उन्होंने इक्को एक परपज़ सी वो भी स्पोर्ट्स ही उन्होंने परपज़ से। स्टूडेंट्स कन्फ्यूज़ नहीं होना जोड़ा एक क्वेश्चन है ये आपां की पूछा गया है कि जो आप 20th सेंचुरी स्टेडियम में कंपेयर कर देंगे एंशियंट एम्फीथिएटर नाल तो उदों आपां किहड़े 2 नैगेटिव फीचर्स इन्हां दे देखण नूं मिलते हैं। सो 20th सेंचुरी स्टेडियम्स विच की सी एक तो कन्वीनियंट नहीं सी एक्सैसीबल नहीं सी पब्लिक लई एंड सैकेंडली वो मल्टीपर्पज़ नहीं सी मतलब वो सिर्फ एक परपज़ लई यूज़ किए जाते सी। Okay, so next 25 and 26 question which 2 advantages of modern stadium design does the writer mention। हुण इत्थे आपां दसने कि modern stadium design है जिहड़े उहदे 2 advantage किहड़े mention किए गए ने so answer is B and E। B bringing community life back into the city environment कि community life नूं वापस तो वो city विच लैके आ रहे सी and E is providing a suitable site for the installation of renewable power जनरेटर्स कि एक साइट मिल रही सी उन्होंने एक लोकेशन मिल रही सी जिथे रीन्यूएबल पावर जनरेटर्स नूं इंस्टॉल किया जा सकता सी लगाया जा सकता सी। सो 25th है जो उहदी आपां नूं लोकेशन मिलती है ई पैराग्राफ सैकेंड पार्ट कि स्टेडियम्स है जिहड़े उन्हां विच की सी पब्लिक स्पेसिस बनाए गए सी ते सर्विसिज भी दित्तियां गईयां सी अगे एग्जाम्पल नाल शो किया गया होटल्स सी रिटेल आउटलैट्स कॉन्फ्रेंस सेंटर्स रेस्टोरेंट्स बार्स चिल्ड्रन प्लेग्राउंड एंड ग्रीन स्पेस ये सारिया फैसिलिटीज़ ने जो किसी कम्यूनिटी लाइफ एक कम्यूनिटी लाइफ नूं डिस्क्राइब करदियां ने फैसिलिटीज़ ये सारिया सिटी विच दोबारा तो प्रोवाइड कीतियां गईयां सी जो मॉडर्न
ਸਟੇਡੀਅਮ ਸੀ ਉਹਨਾਂ ਵਿੱਚ। ਐਂਡ ਸੈਕੰਡਲੀ 26th ਆਨਸਰ ਮਿਲਦਾ ਆਪਾਂ ਨੂੰ ਐਫ ਪੈਰਾਗ੍ਰਾਫ ਲਾਸਟ ਥਰਡ ਲਾਈਨ ਕਿ ਸਟੇਡੀਅਮਸ ਹੈ ਜਿਹੜੇ ਉਹ ਆਈਡਲ ਸੀ, ਮੀਨਸ ਸੁਟੇਬਲ ਸੀਗੇ ਕਿਹੜੇ ਪਰਪਸ ਲਈ, ਇਲੈਕਟ੍ਰੀਸਿਟੀ ਪ੍ਰੋਡਿਊਸ ਕਰਨ ਲਈ। ਜਦੋਂ ਸਟੇਡੀਅਮ ਦਾ ਯੂਜ਼ ਨਹੀਂ ਹੁੰਦਾ ਸੀ ਤਾਂ ਉਦੋਂ ਕੀ ਸੀ, ਉਹਦੇ ਵਿੱਚ ਇਲੈਕਟ੍ਰੀਸਿਟੀ ਪ੍ਰੋਡਿਊਸ ਕੀਤੀ ਜਾਂਦੀ ਸੀ। ਉਹਦੇ ਵਿੱਚ ਕੀ ਸੀ, ਫੋਟੋ ਵੋਲਟਿਕ ਪੈਨਲਸ ਨੂੰ ਫਿੱਟ ਕੀਤਾ ਜਾ ਸਕਦਾ ਸੀ, ਜਿਹਦੇ ਕਰਕੇ ਮਾਈਕਰੋ ਵਿੰਡ ਟਰਬਾਈਨਸ ਦਾ ਯੂਜ਼ ਕੀਤਾ ਜਾਂਦਾ ਸੀ। ਸੋ ਸਟੇਡੀਅਮਸ ਯੂਜ਼ ਹੁੰਦੇ ਸੀਗੇ ਇੱਕ ਤਾਂ ਰੀਨਿਊਏਬਲ ਐਨਰਜੀ ਸੋਰਸ ਲਈ, ਐਂਡ ਸੈਕੰਡਲੀ ਸਾਰੀਆਂ ਕਮਿਊਨਿਟੀ ਲਾਈਫ ਬੈਕ ਲੈ ਕੇ ਆਉਣ ਲਈ। Students, I feel you have understood the reading explanation with locations, and you can comment down which next reading you want to be solved. Thank you.